Good morning, students. Class 6th. Welcome to your computer class. Today's our topic is computer languages. ਅੱਜ ਅਸੀਂ ਆਪਣੇ ਟੌਪਿਕ ਦੇ ਵਿੱਚ ਕੰਪਿਊਟਰ ਲੈਂਗੁਏਜਸ ਦੇ ਬਾਰੇ ਵਿੱਚ ਗੱਲ ਕਰਾਂਗੇ। ਜਿਵੇਂ ਕਿ ਲਾਸਟ ਲੈਕਚਰ ਅਸੀਂ ਡਿਸਕਸ ਕੀਤੀਆਂ ਸੀਗੀਆਂ ਕੰਪਿਊਟਰ ਸਿਸਟਮ ਦੀਆਂ ਟਾਈਪਸ, ਦੈਨ ਅੱਗੇ ਫਰਦਰ ਉਹਨਾਂ ਨੂੰ ਕਲਾਸੀਫਾਈ ਕੀਤਾ ਗਿਆ ਸੀ, ਦੈਨ ਉਹਨਾਂ ਨੂੰ ਬਰੀਫਲੀ ਡਿਸਕਸ ਕੀਤਾ ਗਿਆ ਸੀ। ਸੋ ਦੈਨ ਅੱਜ ਦਾ ਸਾਡਾ ਨਿਊ ਟੌਪਿਕ ਹੈ ਕੰਪਿਊਟਰ ਲੈਂਗੁਏਜਸ। ਫਸਟ ਆਫ ਆਲ ਲੈਂਗੁਏਜ ਕੀ ਹੁੰਦੀ ਆ? ਲੈਂਗੁਏਜ ਕੀ ਹੁੰਦੀ ਹੈ? ਇੱਕ ਭਾਸ਼ਾ ਜਿਹੜੀ ਯੂਜ਼ ਕੀਤੀ ਜਾਂਦੀ ਆ ਇੱਕ ਦੂਸਰੇ ਦੇ ਨਾਲ ਕਮਿਊਨੀਕੇਟ ਕਰਨ ਦੇ ਲਈ, ਜਿਹਦੀ ਹੈਲਪ ਦੇ ਨਾਲ ਅਸੀਂ ਜਿਹੜੇ ਆ ਇੱਕ ਦੂਸਰੇ ਦੇ ਨਾਲ ਆਪਣੇ ਜਿਹੜੇ ਵਿਚਾਰ ਵਟਾਂਦਰੇ ਆ ਉਹਨਾਂ ਨੂੰ ਸਾਂਝੇ ਕਰ ਸਕਦੇ ਹਾਂ। ਦੈਨ ਇਵੇਂ ਹੀ ਜਦੋਂ ਇੱਕ ਕੰਪਿਊਟਰ ਸਿਸਟਮ ਨੇ ਦੂਸਰੇ ਕੰਪਿਊਟਰ ਸਿਸਟਮ ਦੇ ਨਾਲ ਕਮਿਊਨੀਕੇਟ ਕਰਨਾ ਹੁੰਦਾ ਆ, ਉਸ ਟਾਈਮ 'ਤੇ ਕਿਸੇ ਨਾ ਕਿਸੇ ਲੈਂਗੁਏਜ ਦੀ ਰਿਕੁਆਇਰਮੈਂਟ ਹੁੰਦੀ ਆ। ਦੈਨ ਉਸ ਟਾਈਮ 'ਤੇ ਵੀ ਕੰਪਿਊਟਰ ਸਿਸਟਮ ਦੁਆਰਾ ਲੈਂਗੁਏਜ ਜਿਹੜੀ ਹੈ ਯੂਜ਼ ਕੀਤੀ ਜਾਂਦੀ ਹੈ, ਜਿਹੜੀ ਉਹਦੇ ਦੁਆਰਾ ਅੰਡਰਸਟੈਂਡੇਬਲ ਹੁੰਦੀ ਹੈ। To give instructions to the computer, we need a language which can be understood by it. ਕਿ ਜਦੋਂ ਅਸੀਂ ਕੰਪਿਊਟਰ ਸਿਸਟਮਸ ਨੂੰ ਇੰਸਟਰਕਸ਼ਨਸ ਦੇਣੀਆਂ ਆ ਉਸ ਟਾਈਮ 'ਤੇ ਸਾਨੂੰ ਇੱਕ ਲੈਂਗੁਏਜ ਦੀ ਰਿਕੁਆਇਰਮੈਂਟ ਹੁੰਦੀ ਆ, ਜਿਹੜੀ ਲੈਂਗੁਏਜ ਉਸ ਸਿਸਟਮ ਦੁਆਰਾ ਅੰਡਰਸਟੈਂਡ ਕੀਤੀ ਜਾ ਸਕੇ, ਮਤਲਬ ਮੀਨਸ ਕਿ ਸਮਝੀ ਜਾ ਸਕਦੀ ਹੋਵੇ, ਉਸ ਲੈਂਗੁਏਜ ਦੀ ਰਿਕੁਆਇਰਮੈਂਟ ਹੁੰਦੀ ਆ। ਦੈਨ ਕੰਪਿਊਟਰ ਜਿਹੜੇ ਆ ਪ੍ਰੋਗਰਾਮਿੰਗ ਲੈਂਗੁਏਜਸ ਯੂਜ਼ ਕਰਦੇ ਨੇ ਇੱਕ ਦੂਸਰੇ ਦੇ ਨਾਲ ਕਮਿਊਨੀਕੇਟ ਕਰਨ ਦੇ ਲਈ। ਇਹ ਜਿਹੜੀਆਂ ਪ੍ਰੋਗਰਾਮਿੰਗ ਲੈਂਗੁਏਜਸ ਸੀਗੀਆਂ ਉਦੋਂ ਤੋਂ ਯੂਜ਼ ਕੀਤੀਆਂ ਜਾਂਦੀਆਂ, ਜਦੋਂ ਸਾਡਾ ਕੰਪਿਊਟਰ ਸਿਸਟਮ ਜਿਹੜਾ ਡਿਵੈਲਪ ਹੋਇਆ ਸੀਗਾ ਉਦੋਂ ਹੀ ਇਹ ਲੈਂਗੁਏਜ ਜਿਹੜੀਆਂ ਡਿਵੈਲਪ ਕੀਤੀਆਂ ਗਈਆਂ ਸੀਗੀਆਂ। ਦੈਨ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਆ ਇੱਕ ਦੂਸਰੇ ਦੇ ਨਾਲ, ਇੱਕ ਸਿਸਟਮ ਦੁਆਰਾ ਦੂਸਰੇ ਸਿਸਟਮ ਦੇ ਨਾਲ ਕਮਿਊਨੀਕੇਟ ਕਰਨ ਦੇ ਲਈ। ਦੈਨ ਇਹ ਪ੍ਰੋਗਰਾਮਿੰਗ ਲੈਂਗੁਏਜਸ ਦੇ ਵਿੱਚ ਕੀ ਹੁੰਦਾ ਹੈ ਕਿ ਹਰ ਪ੍ਰੋਗਰਾਮਿੰਗ ਲੈਂਗੁਏਜ ਦੇ ਆਪਣੇ ਸੈੱਟ ਆਫ ਰੂਲਸ ਹੁੰਦੇ ਆ ਜਿਹੜੇ ਉਹਦੇ ਦੁਆਰਾ ਫੋਲੋ ਕੀਤੇ ਜਾਂਦੇ ਆ। ਐਂਡ ਗ੍ਰਾਮਰ ਹੁੰਦੀ ਆ, ਜਿਹੜੀ ਗ੍ਰਾਮਰ ਹੁੰਦੀ ਆ ਲੈਂਗੁਏਜ ਦੀ ਉਹਨੂੰ ਉਸ ਲੈਂਗੁਏਜ ਦਾ ਸਿੰਟੈਕਸ ਕਹਿ ਦਿੱਤਾ ਜਾਂਦਾ ਆ। ਐਂਡ ਜਿਹੜੇ ਸੈਂਟੈਂਸ ਹੁੰਦੇ ਆ ਉਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਹਾਂ? ਸਟੇਟਮੈਂਟਸ। ਕਿ ਜਦੋਂ ਸਿਮਿਲਰ ਗਰੁੱਪ ਆਫ ਸਟੇਟਮੈਂਟਸ ਆ ਜਾਂਦੀਆਂ ਨੇ ਸਿਮਿਲਰ, ਉਹਨੂੰ ਇੱਕ ਮਿਲ ਕੇ ਕੀ ਬਣਾਉਂਦੀਆਂ ਨੇ? ਪ੍ਰੋਗਰਾਮ। ਠੀਕ ਹੈ, ਇਹ ਸੀਗੀ ਸਾਡੀ ਪ੍ਰੋਗਰਾਮਿੰਗ ਲੈਂਗੁਏਜ। ਦੈਨ ਜਿਹੜੀ ਕੰਪਿਊਟਰ ਲੈਂਗੁਏਜ ਆ ਉਹਨੂੰ ਫਰਦਰ ਜਿਹੜਾ ਵਾ 2 ਟਾਈਪਸ ਦੇ ਵਿੱਚ ਕਲਾਸੀਫਾਈ ਕੀਤਾ ਗਿਆ ਆ। ਫਸਟ ਆਫ ਆਲ ਲੋ ਲੈਵਲ ਲੈਂਗੁਏਜ ਐਂਡ ਸੈਕਿੰਡ ਹਾਈ ਲੈਵਲ ਲੈਂਗੁਏਜ। ਇਹਨਾਂ ਦੋਵਾਂ ਲੈਂਗੁਏਜਸ ਨੂੰ ਅੱਗੇ ਫਰਦਰ ਜਿਹੜਾ ਸੀ ਟਾਈਪਸ ਦੇ ਵਿੱਚ ਡਿਵਾਈਡ ਕੀਤਾ ਆ। ਲੋ ਲੈਵਲ ਲੈਂਗੁਏਜ ਦੀਆਂ ਅੱਗੇ ਫਰਦਰ 2 ਟਾਈਪਸ ਨੇ, ਮਸ਼ੀਨ ਲੈਂਗੁਏਜ ਐਂਡ ਅਸੈਂਬਲੀ ਲੈਂਗੁਏਜ। ਐਂਡ ਹਾਈ ਲੈਵਲ ਦੀਆਂ ਫਰਦਰ 3 ਟਾਈਪਸ ਨੇ, ਬੇਸਿਕ, ਸੀ, ਕਬੋਲ ਐਟਸੈਟਰਾ। ਇਹਦੇ ਵਿੱਚ ਸਾਰੀਆਂ ਪ੍ਰੋਗਰਾਮਿੰਗ ਲੈਂਗੁਏਜਸ ਇਨਕਲੂਡ ਕੀਤੀਆਂ ਜਾਂਦੀਆਂ ਨੇ। ਦੈਨ ਸੈਕਿੰਡ 4th ਜਨਰੇਸ਼ਨ ਲੈਂਗੁਏਜਸ ਐਂਡ ਲਾਸਟ ਇਜ਼ 5th ਜਨਰੇਸ਼ਨ ਲੈਂਗੁਏਜਸ। ਦੈਨ ਹੁਣ ਅਸੀਂ ਡਿਸਕਸ ਕਰਾਂਗੇ ਆਪਣੀ ਫਸਟ ਟਾਈਪ ਲੋ ਲੈਵਲ ਲੈਂਗੁਏਜਸ, ਕਿ ਲੋ ਲੈਵਲ ਲੈਂਗੁਏਜਸ ਕੀ ਹੁੰਦੀਆਂ ਨੇ। ਫਸਟ ਆਫ ਆਲ ਲੋ ਲੈਵਲ ਲੈਂਗੁਏਜ ਜਿਹੜੀਆਂ ਹੁੰਦੀਆਂ ਨੇ ਇਹਦੇ ਵਿੱਚ ਬੇਸਿਕ ਇੰਸਟਰਕਸ਼ਨਸ ਹੁੰਦੀਆਂ ਨੇ ਜਿਹੜੀਆਂ ਸਿਰਫ ਅੰਡਰਸਟੈਂਡ ਕੀਤੀਆਂ ਜਾਂਦੀਆਂ ਨੇ ਕੰਪਿਊਟਰ ਸਿਸਟਮਸ ਦੁਆਰਾ। ਐਂਡ ਜਿਹੜੀਆਂ ਵੀ ਇਹਦੇ ਵਿੱਚ ਜੋ ਵੀ ਜਿਹੜਾ ਡੇਟਾ ਹੁੰਦਾ ਆ ਉਹ ਜਿਹੜਾ ਕੰਪਿਊਟਰ ਦੁਆਰਾ ਹੀ ਅੰਡਰਸਟੈਂਡ ਕੀਤਾ ਜਾਂਦਾ ਆ। ਇਹ ਹਿਊਮਨ ਜਿਹੜਾ ਵਾ ਇਹਨੂੰ ਰੀਡ ਨਹੀਂ ਕਰ ਸਕਦੇ ਇਨ ਲੈਂਗੁਏਜਸ ਨੂੰ। ਇਹਨੂੰ ਜਿਹੜਾ ਫਰਦਰ ਅੱਗੇ 2 ਟਾਈਪਸ ਦੇ ਵਿੱਚ ਕਲਾਸੀਫਾਈ ਕੀਤਾ ਗਿਆ ਸੀਗਾ। ਫਸਟ ਸੀਗੀ ਮਸ਼ੀਨ ਲੈਂਗੁਏਜ ਐਂਡ ਸੈਕਿੰਡ ਇਜ਼ ਅਸੈਂਬਲੀ ਲੈਂਗੁਏਜ। ਅਸੀਂ ਡਿਸਕਸ ਕਰਦੇ ਹਾਂ ਕਿ ਹੁਣ ਮਸ਼ੀਨ ਲੈਂਗੁਏਜ ਕੀ ਹੁੰਦੀ ਆ ਐਂਡ ਅਸੈਂਬਲੀ ਲੈਂਗੁਏਜ ਕੀ ਹੁੰਦੀ ਹੈ, ਜਿਹੜੀਆਂ ਕਿ ਲੋ ਲੈਵਲ ਲੈਂਗੁਏਜਸ ਦੀਆਂ ਹੀ ਟਾਈਪਸ ਨੇ। ਫਸਟ ਆਫ ਆਲ ਮਸ਼ੀਨ ਲੈਂਗੁਏਜ, ਜਿਵੇਂ ਕਿ ਕੰਪਿਊਟਰ ਜਿਹੜਾ ਅੰਡਰਸਟੈਂਡ ਕਰਦਾ ਹੈ ਬਾਈਨਰੀ ਕੋਡ, ਜਿਹਦੇ ਵਿੱਚ 0 ਐਂਡ 1 ਕੰਸਿਸਟ ਕੀਤਾ ਜਾਂਦਾ ਹੈ। ਐਂਡ ਮਸ਼ੀਨ ਲੈਂਗੁਏਜ ਦੇ ਵਿੱਚ ਜਿੰਨੀਆਂ ਵੀ ਇੰਸਟਰਕਸ਼ਨਸ ਹੁੰਦੀਆਂ ਨੇ ਜਿਨ੍ਹਾਂ ਨੂੰ ਰਾਈਟ ਕੀਤਾ ਜਾਂਦਾ ਹੈ ਉਹ ਕਿਹੜੀ ਫਾਰਮ ਦੇ ਵਿੱਚ ਹੁੰਦੀਆਂ ਨੇ? ਬਾਈਨਰੀ ਕੋਡ। ਇਟ ਮੀਨਸ 0 ਐਂਡ 1। 0 ਮੀਨਸ ਕਿ ਆਫ ਸਟੇਟ ਹੋਏਗੀ ਔਰ ਨੋ ਸਿਗਨਲ, ਕਿ ਕੋਈ ਵੀ ਸਿਗਨਲ ਜਿਹੜਾ ਵਾ ਉਹ ਪਾਸ ਨਹੀਂ ਹੁੰਦਾ ਪਿਆ। ਐਂਡ ਅਗਰ ਉਹਦੀ ਜਿਹੜੀ ਸਟੇਟ 1 ਹੋਏਗੀ ਇਟ ਮੀਨਸ ਕਿ ਔਨ ਸਟੇਟ ਔਰ ਜਿਹੜਾ ਸਿਗਨਲ ਹੈ ਉਹ ਪਾਸ ਹੋ ਰਿਹਾ ਆ। ਜਿਹੜੀਆਂ ਇੰਸਟਰਕਸ਼ਨਸ ਮਸ਼ੀਨ ਕੋਡ ਦੇ ਵਿੱਚ ਲਿਖੀਆਂ ਜਾਂਦੀਆਂ ਨੇ ਇਹਨੂੰ ਜਿਹੜਾ ਮਸ਼ੀਨ ਲੈਂਗੁਏਜ ਕਹਿ ਦਿੰਦੇ ਹਾਂ ਅਸੀਂ। ਪ੍ਰੋਗਰਾਮਸ ਜਿਹੜੇ ਹੁੰਦੇ ਆ ਮਸ਼ੀਨ ਲੈਂਗੁਏਜ ਦੇ ਵਿੱਚ ਰਾਈਟ ਕੀਤੇ ਜਾਂਦੇ ਆ, ਉਹਨਾਂ ਦੀ ਐਗਜ਼ੀਕਿਊਸ਼ਨ ਵੀ ਬਹੁਤ ਫਾਸਟ ਹੁੰਦੀ ਹੈ ਬਿਕੋਜ਼ ਕਿ ਇਹਦੇ ਵਿੱਚ ਸਾਨੂੰ ਕਿਸੇ ਵੀ ਟਰਾਂਸਲੇਸ਼ਨ ਦੀ ਰਿਕੁਆਇਰਮੈਂਟ ਨਹੀਂ ਹੁੰਦੀ। ਟਰਾਂਸਲੇਸ਼ਨ ਉਦੋਂ ਯੂਜ਼ ਕੀਤੀ ਜਾਂਦੀ ਹੈ ਜਦੋਂ ਅਸੀਂ ਇੱਕ ਲੈਂਗੁਏਜ ਨੂੰ ਦੂਸਰੀ ਲੈਂਗੁਏਜ ਦੇ ਵਿੱਚ ਜਿਹੜਾ ਟਰਾਂਸਲੇਟ ਕਰਨਾ ਹੁੰਦਾ ਹੈ। ਸੋ ਇਹ ਜਿਹੜੀਆਂ ਮਸ਼ੀਨ ਲੈਂਗੁਏਜ ਹੁੰਦੀਆਂ ਡਾਇਰੈਕਟ ਹੀ ਕੰਪਿਊਟਰ ਸਿਸਟਮ ਦੁਆਰਾ ਜਿਹੜੀਆਂ ਵਾ ਅੰਡਰਸਟੈਂਡ ਕਰ ਲਈਆਂ ਜਾਂਦੀਆਂ ਨੇ। ਸੋ ਐਟ ਦੈਟ ਟਾਈਮ ਸਾਨੂੰ ਜਿਹੜੀ ਟਰਾਂਸਲੇਸ਼ਨ ਦੀ ਰਿਕੁਆਇਰਮੈਂਟ ਨਹੀਂ ਹੁੰਦੀ, ਇਸ ਕਰਕੇ ਜਿਹੜੇ ਪ੍ਰੋਗਰਾਮ ਹੁੰਦੇ ਆ ਬਹੁਤ ਜਿਹੜੇ ਕਿ ਫਾਸਟ ਐਗਜ਼ੀਕਿਊਟ ਹੁੰਦੇ ਨੇ। ਬਟ
ਮਸ਼ੀਨ ਲੈਂਗੁਏਜ ਦੀਆਂ ਕੁਝ ਡਿਸਐਡਵਾਂਟੇਜਸ ਵੀ ਨੇ, ਲਾਈਕ ਕਿ ਇਹ ਡਿਫੀਕਲਟ ਹੈਗੀ ਆ ਲਰਨ ਕਰਨ ਦੇ ਲਈ, ਕਿਉਂਕਿ ਇਹਦੇ ਵਿੱਚ ਸਾਨੂੰ ਜਿੰਨੇ ਵੀ ਕੋਡਸ ਹੁੰਦੇ ਨੇ ਸਾਰੇ 0 ਐਂਡ 1 ਦੀ ਫੋਰਮ ਦੇ ਵਿੱਚ ਹੁੰਦੇ ਨੇ, ਅਤੇ ਉਹਨਾਂ ਨੂੰ ਯਾਦ ਰੱਖਣਾ ਜਿਹੜਾ ਬਹੁਤ ਡਿਫੀਕਲਟ ਹੁੰਦਾ ਆ, ਔਖਾ ਟਾਸਕ ਹੁੰਦਾ ਹੈ ਹਿਊਮਨਸ ਦੇ ਲਈ। ਸੈਕਿੰਡ ਕਿ ਇਹਦੇ ਵਿੱਚ ਪ੍ਰੋਗਰਾਮਰ ਨੂੰ ਸਾਰੀਆਂ ਮੈਮਰੀ ਲੋਕੇਸ਼ਨਸ ਨੂੰ ਯਾਦ ਰੱਖਣਾ ਪੈਂਦਾ ਆ, ਜਿਹੜੀਆਂ ਬਾਈਨਰੀ ਫੋਰਮ ਦੇ ਵਿੱਚ ਹੁੰਦੀਆਂ ਆ। ਇਸ ਕਰਕੇ ਇਹ ਪ੍ਰੋਗਰਾਮਰ ਦੇ ਲਈ ਡਿਫੀਕਲਟੀ ਹੋ ਜਾਂਦੀ ਹੈ ਕਿ ਉਹ ਉਹਨਾਂ ਫੋਰਮਸ ਨੂੰ ਜਿਹੜੀਆਂ ਵਾ ਮੈਮਰੀ ਲੋਕੇਸ਼ਨਸ ਆ ਉਹਨਾਂ ਨੂੰ ਯਾਦ ਨਹੀਂ ਰੱਖ ਪਾਉਂਦੇ। ਥਰਡ ਵਨ ਇਜ਼ ਕਿ ਇਹਦੇ 'ਚ ਇਹ ਪ੍ਰੋਗਰਾਮ ਦੇ ਵਿੱਚ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਜਿਹੜੇ ਐਰਰਸ ਆ ਉਹਨਾਂ ਨੂੰ ਫਾਈਂਡ ਕਰਨਾ ਬਹੁਤ ਡਿਫੀਕਲਟ ਹੁੰਦਾ ਹੈ, ਕਿਉਂਕਿ ਅਸੀਂ ਜਿਹੜੇ ਕੀ ਆ ਜਿਹੜੀ ਮਸ਼ੀਨ ਲੈਂਗੁਏਜ ਦੇ ਵਿੱਚ ਜਿਹੜਾ ਕੋਡ ਰਾਈਟ ਕੀਤਾ ਗਿਆ ਹੁੰਦਾ 0 ਅਤੇ 1 ਦੀ ਫੋਰਮ ਦੇ ਵਿੱਚ ਹੁੰਦਾ ਹੈ। ਇਸ ਕਰਕੇ ਉਸ ਟਾਈਮ 'ਤੇ ਐਰਰਸ ਨੂੰ ਫਾਈਂਡ ਆਊਟ ਕਰਨਾ ਜਿਹੜਾ ਬਹੁਤ ਡਿਫੀਕਲਟ ਟਾਸਕ ਹੋ ਜਾਂਦਾ ਆ ਹਿਊਮਨ ਦੇ ਲਈ ਐਜ਼ ਕੰਪਿਊਟਰ ਸਿਸਟਮ ਦੇ ਲਈ। ਦੈਨ ਨੈਕਸਟ ਇਜ਼ ਕਿ ਜਿਹੜਾ ਪ੍ਰੋਗਰਾਮ ਹੁੰਦਾ ਆ ਜਿਹਨੂੰ ਅਸੀਂ ਮਸ਼ੀਨ ਲੈਂਗੁਏਜ ਦੇ ਵਿੱਚ ਰਾਈਟ ਕਰਦੇ ਹਾਂ, ਉਹ ਇੱਕ ਸਪੈਸੀਫਿਕ ਇੱਕ ਕੰਪਿਊਟਰ ਦੇ ਲਈ ਡਿਜ਼ਾਈਨ ਕੀਤਾ ਗਿਆ ਹੁੰਦਾ ਹੈ। ਇਟ ਮੀਨਸ ਕਿ ਇਹ ਮਸ਼ੀਨ ਡਿਪੈਂਡੈਂਟ ਹੁੰਦਾ ਹੈ। ਜਿਹੜਾ ਪ੍ਰੋਗਰਾਮ ਅਸੀਂ ਇੱਕ ਮਸ਼ੀਨ ਦੇ ਉੱਪਰ ਡਿਜ਼ਾਈਨ ਕਰ ਲਿਆ ਸਿਰਫ ਉਸੇ ਮਸ਼ੀਨ ਦੇ ਉੱਪਰ ਹੀ ਰਨ ਹੋਏਗਾ, ਕਿਸੇ ਹੋਰ ਸੈਕਿੰਡ ਮਸ਼ੀਨ ਦੇ ਉੱਪਰ ਅਸੀਂ ਰਨ ਨਹੀਂ ਕਰ ਸਕਦੇ। ਇਹ ਵੀ ਇਹਦੀ ਇੱਕ ਡਿਸਐਡਵਾਂਟੇਜ ਆ ਕਿ ਇੱਕ ਕੋਡ ਸਿਰਫ ਇੱਕ ਮਸ਼ੀਨ ਦੇ ਉੱਪਰ ਹੀ ਰਨ ਹੋਏਗਾ, ਕਿਸੇ ਸੈਕਿੰਡ ਮਸ਼ੀਨ ਦੇ ਉੱਪਰ ਉਸ ਨੂੰ ਰਨ ਨਹੀਂ ਕਰ ਸਕਦੇ। ਇਹ ਅਸੀਂ ਗੱਲ ਕੀਤੀ ਹੁਣ ਮਸ਼ੀਨ ਲੈਂਗੁਏਜ ਦੀ। ਦੈਨ ਅਸੀਂ ਸੈਕਿੰਡ ਟਾਈਪ ਜਿਹੜੀ ਹੈ ਉਹਦੀ ਲੋ ਲੈਵਲ ਲੈਂਗੁਏਜ ਦੀ ਅਸੈਂਬਲੀ ਲੈਂਗੁਏਜ, ਉਸ ਦੀ ਗੱਲ ਕਰਾਂਗੇ। ਅਸੈਂਬਲੀ ਲੈਂਗੁਏਜ ਕੀ ਹੁੰਦੀ ਹੈ? ਅਸੈਂਬਲੀ ਲੈਂਗੁਏਜ ਯੂਜ਼ ਕੀਤੀ ਗਈ ਸੀਗੀ ਮਸ਼ੀਨ ਲੈਂਗੁਏਜ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਅਕਰ ਹੋਈਆਂ ਉਹਨਾਂ ਨੂੰ ਓਵਰਕਮ ਕਰਨ ਦੇ ਲਈ, ਮੀਨਸ ਕਿ ਉਹਨਾਂ ਨੂੰ ਘਟਾਉਣ ਦੇ ਲਈ ਅਸੈਂਬਲੀ ਲੈਂਗੁਏਜ ਨੂੰ ਡਿਵੈਲਪ ਕੀਤਾ ਗਿਆ ਸੀਗਾ। ਅਸੈਂਬਲੀ ਲੈਂਗੁਏਜ ਦੇ ਵਿੱਚ ਜਿਹੜੇ ਕੁਝ ਅਲਫਾ ਨਿਊਮੈਰਿਕ ਕੋਡਸ ਜਾਂ ਸਿੰਬਲਸ ਯੂਜ਼ ਕੀਤੇ ਜਾਂਦੇ ਨੇ, ਜਿਨ੍ਹਾਂ ਨੂੰ ਨਿਮੋਨਿਕ ਕੋਡਸ ਕਿਹਾ ਜਾਂਦਾ ਹੈ। ਜਿਹਦੇ ਵਿੱਚ ਜਿਹੜੀ ਨਿਮੋਨਿਕ ਕੋਡਸ ਹੁੰਦੇ ਨੇ ਇਹ ਜਿਹੜੇ ਕਿ 5 ਲੈਟਰਸ ਦਾ ਕੰਬੀਨੇਸ਼ਨ ਹੁੰਦੇ ਨੇ। 5 ਲੈਟਰ ਮਿਲ ਕੇ ਇੱਕ ਨਿਮੋਨਿਕ ਕੋਡ ਬਣਾਉਂਦੇ ਨੇ। ਫੋਰ ਐਗਜ਼ਾਮਪਲ ਐਡੀਸ਼ਨ, ਸਬਟਰੈਕਸ਼ਨ, ਮਲਟੀਪਲੀਕੇਸ਼ਨ, ਇਹ ਜਿਹੜੇ ਕੁਝ ਨਿਮੋਨਿਕ ਕੋਡਸ ਨੇ ਜਿਹੜੇ ਯੂਜ਼ ਕੀਤੇ ਜਾਂਦੇ ਨੇ। ਅਸੈਂਬਲੀ ਲੈਂਗੁਏਜ ਜਿਹੜੀ ਹੁੰਦੀ ਆ ਇਹਨੂੰ ਲਰਨ ਕਰਨਾ ਵੀ ਬਹੁਤ ਈਜ਼ੀ ਹੁੰਦਾ ਆ ਐਜ਼ ਕੰਪੇਅਰ ਟੂ ਮਸ਼ੀਨ ਲੈਂਗੁਏਜ, ਕਿਉਂਕਿ ਇਹਦੇ ਵਿੱਚ ਜਿਹੜੀ ਅਸੀਂ ਬਾਈਨਰੀ ਫੋਰਮ 0 ਐਂਡ 1 ਉਹ ਨਹੀਂ ਯੂਜ਼ ਕਰਦੇ ਪਏ, ਇਸ ਕਰਕੇ ਇਹਨੂੰ ਅਸੀਂ ਲਰਨ ਵੀ ਬਹੁਤ ਈਜ਼ਲੀ ਕਰ ਸਕਦੇ ਹਾਂ। ਸੈਕਿੰਡ ਥਿੰਗ ਕਿ ਇਹਦੇ ਵਿੱਚ ਜਿਹੜੇ ਕਿ ਅਸੀਂ ਐਰਰ ਫਾਈਂਡ ਆਊਟ ਕਰਨੇ ਆ ਐਂਡ ਇਹਨੂੰ ਲੋਕੇਟ ਕਰਨਾ, ਇਹਦੀਆਂ ਮੈਮਰੀ ਲੋਕੇਸ਼ਨਸ ਨੂੰ ਜਿਹੜਾ ਫਾਈਂਡ ਕਰਨਾ ਬਹੁਤ ਈਜ਼ੀ ਹੁੰਦਾ ਆ, ਕਿਉਂਕਿ ਅਸੀਂ ਵਿਦ ਦੀ ਹੈਲਪ ਆਫ ਨਿਮੋਨਿਕ ਕੋਡਸ ਅਸੀਂ ਜਿਹੜੀਆਂ ਉਹ ਐਰਰਸ ਆ ਉਹਨਾਂ ਨੂੰ ਫਾਈਂਡ ਆਊਟ ਕਰ ਸਕਦੇ ਹਾਂ। ਦੈਨ ਇਹਦੇ ਵਿੱਚ ਜਿਹੜਾ ਕਿ ਅਸੀਂ ਪ੍ਰੋਗਰਾਮ ਦੇ ਵਿੱਚ ਕੋਈ ਚੇਂਜਿਸ ਕਰਨਾ ਚਾਹੁੰਦੇ ਹਾਂ, ਜਦੋਂ ਸਾਨੂੰ ਚੇਂਜਿਸ ਕਰਨ ਦੀ ਰਿਕੁਆਇਰਮੈਂਟ ਹੁੰਦੀ ਹੈ, ਜਦੋਂ ਚੇਂਜਿਸ ਸਾਨੂੰ ਕਰਨ ਦੀ ਲੋੜ ਹੁੰਦੀ ਆ, ਉਸ ਟਾਈਮ 'ਤੇ ਅਸੀਂ ਜਿਹੜੀਆਂ ਚੇਂਜਿਸ ਆ ਉਹ ਵੀ ਪਰਫੋਰਮ ਕਰ ਸਕਦੇ ਹਾਂ। ਬਟ ਜਿਹੜੀ ਮਸ਼ੀਨ ਅਸੈਂਬਲੀ ਲੈਂਗੁਏਜ ਆ ਉਹਨੂੰ ਰਨ ਕਰਨ ਦੇ ਲਈ ਸਭ ਤੋਂ ਪਹਿਲਾਂ ਉਹਨੂੰ ਜਿਹੜਾ ਮਸ਼ੀਨ ਲੈਂਗੁਏਜ ਦੇ ਵਿੱਚ ਟਰਾਂਸਲੇਟ ਕੀਤਾ ਜਾਂਦਾ ਆ। ਟਰਾਂਸਲੇਟ ਕਰਨ ਦੇ ਲਈ ਅਸੈਂਬਲਰ ਜਿਹੜਾ ਇੱਕ ਟਰਾਂਸਲੇਟਰ ਯੂਜ਼ ਕੀਤਾ ਜਾਂਦਾ ਹੈ, ਜਿਹੜਾ ਅਸੈਂਬਲੀ ਲੈਂਗੁਏਜ ਦੇ ਲਈ ਡਿਵੈਲਪ ਕੀਤਾ ਗਿਆ ਸੀ। ਵਿਦ ਦੀ ਹੈਲਪ ਆਫ ਅਸੈਂਬਲਰ ਜਿਹੜੀ ਅਸੈਂਬਲੀ ਲੈਂਗੁਏਜ ਆ ਉਹਨੂੰ ਮਸ਼ੀਨ ਲੈਂਗੁਏਜ ਦੇ ਵਿੱਚ ਟਰਾਂਸਲੇਟ ਕਰ ਦਿੱਤਾ ਜਾਂਦਾ ਹੈ। ਦੈਨ ਅਸੀਂ ਜਿਹੜਾ ਆਪਣਾ ਪ੍ਰੋਗਰਾਮ ਆ ਉਹਨੂੰ ਐਗਜ਼ੀਕਿਊਟ ਕਰ ਸਕਦੇ ਹਾਂ। ਬਟ ਇਹਦੀਆਂ ਵੀ ਕੁਝ ਡਿਸਐਡਵਾਂਟੇਜਸ ਨੇ, ਲਾਈਕ ਇਹ ਮਸ਼ੀਨ ਲੈਂਗੁਏਜ ਦੀ ਤਰ੍ਹਾਂ ਵੀ ਇਹ ਵੀ ਮਸ਼ੀਨ ਡਿਪੈਂਡੈਂਟ ਹੁੰਦੀ ਹੈ। ਇਟ ਮੀਨਸ ਕਿ ਜਿਹੜਾ ਕੋਡ ਇੱਕ ਮਸ਼ੀਨ ਦੇ ਉੱਪਰ ਰਨ ਹੋਏਗਾ ਉਹਨੂੰ ਅਸੀਂ ਕਿਸੇ ਸੈਕਿੰਡ ਮਸ਼ੀਨ ਦੇ ਉੱਪਰ ਰਨ ਨਹੀਂ ਕਰ ਸਕਦੇ। ਦੈਨ ਸੈਕਿੰਡ ਹੈਗੀ ਡਿਸਐਡਵਾਂਟੇਜ, ਪ੍ਰੋਗਰਾਮਰ ਆਲਸੋ ਨੀਡਸ ਟੂ ਅੰਡਰਸਟੈਂਡ ਦਾ ਹਾਰਡਵੇਅਰ, ਕਿ ਪ੍ਰੋਗਰਾਮਰ ਨੂੰ ਜਿਹੜਾ ਕਿ ਹਾਰਡਵੇਅਰ ਦੀ ਪ੍ਰੋਪਰ ਨੌਲੇਜ ਹੋਣੀ ਚਾਹੀਦੀ ਹੈ, ਫਿਰ ਹੀ ਉਹ ਜਿਹੜਾ ਉਹ ਸਿਸਟਮ ਨੂੰ ਯੂਜ਼ ਕਰ ਸਕਦਾ ਹੈ। ਇਸ ਕਰਕੇ ਅੱਜ ਜਿਹੜੀਆਂ ਅਸੀਂ ਡਿਸਕਸ ਕੀਤੀਆਂ ਮਸ਼ੀਨ ਲੈਂਗੁਏਜ ਐਂਡ ਅਸੈਂਬਲੀ ਲੈਂਗੁਏਜ, ਜਿਨ੍ਹਾਂ ਨੂੰ ਕਿ ਲੋ ਲੈਵਲ ਲੈਂਗੁਏਜਸ ਵੀ ਕਿਹਾ ਜਾਂਦੀਆਂ ਨੇ। ਐਂਡ ਇੱਕ ਚੀਜ਼ ਹੋਰ ਕਿ ਇਹ ਜਿਹੜੀਆਂ ਦੋਨੋਂ ਲੈਂਗੁਏਜਸ ਨੇ ਲੋ ਲੈਵਲ ਮਸ਼ੀਨ ਲੈਂਗੁਏਜ ਐਂਡ ਅਸੈਂਬਲੀ ਲੈਂਗੁਏਜ, ਇਹ ਕੰਪਿਊਟਰ ਹਾਰਡਵੇਅਰ ਦੇ ਬਹੁਤ ਕਲੋਜ਼ ਹੁੰਦੀਆਂ ਨੇ। ਸੋ ਦਿਸ ਇਜ਼ ਆਰ ਟੂਡੇਜ਼ ਟੋਪਿਕ। ਥੈਂਕ ਯੂ।